ਸਿੱਖ ਪਰਿਵਾਰ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਹਾਜ਼ਰੀਆਂ ਭਰ ਕੇ ਉਹਨਾਂ ਵਿਛੜੀਆਂ ਹੋਈਆਂ ਆਤਮਾਵਾਂ ਦੀ ਯਾਦ ਦੇ ਵਿੱਚ ਸਮਾਂ ਸਫਲ ਕਰ ਰਹੇ ਹੋ। ਸਤਿਗੁਰੂ ਕਿਰਪਾ ਕਰਨ, ਸਰਬੱਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਕਰੋ ਗੁਰ ਸਿੱਖੀ ਜੀਵਨ ਦੇ ਚਰਨਾਂ ਦਾ ਪ੍ਰੇਮ ਬਖਸ਼ਿਸ਼ ਕਰਨ। ਸਨਮਾਨਯੋਗ ਸੰਗਤ ਜੀ, ਜੋ ਪਰਿਵਾਰ ਵੱਲੋਂ ਹੁਕਮ ਹੋਇਆ ਹੈ ਕੁਝ ਮਿੰਟਾਂ ਵਾਸਤੇ ਕਿ ਭਾਈ ਜੋ ਇਸ ਸਮੇਂ ਮਹਾਰਾਜ ਜੀ ਨੇ ਜੋ ਪਰਸੋਂ ਦੇ ਦਿਨ ਤੋਂ ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵੜ ਅਵਰ ਨਾ ਕੋਇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਰਬਾਣੀ ਦੇ ਅਖੰਡ ਪਾਠ ਸਾਹਿਬ ਆਰੰਭ ਹੋਏ। ਹੁਣ ਅਰਦਾਸ ਬੇਨਤੀ ਤੋਂ ਉਪਰੰਤ ਜੋ ਸਤਿਗੁਰਾਂ ਨੇ ਆਪ ਜੀ ਦਾ ਇਲਾਹੀ ਹੁਕਮਨਾਮਾ ਬਖਸ਼ਿਸ਼ ਕੀਤਾ ਹੈ ਸੇਵਕ ਪਰਿਵਾਰ ਅਤੇ ਆਈ ਸੰਗਤ ਨੂੰ, ਸੋ ਇਸ ਵਿਚਾਰ ਤੋਂ ਕੋ ਲਾਹਾ ਪ੍ਰਾਪਤ ਕਰਨ ਵਾਸਤੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਰੀਏ। ਇਸ ਤੋਂ ਪਹਿਲਾਂ ਨਿਮਾਣੇ ਨਿਤਾਣੇ ਅਣਜਾਣ ਜੀਵ ਦੀ ਹਾਜ਼ਰੀ ਪ੍ਰਵਾਨ ਕਰਨੀ। ਸਤਿਗੁਰੂ ਕਿਰਪਾ ਕਰਨ, ਜੋ ਇਹਦੇ ਅਨੁਸਾਰ ਸਾਨੂੰ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਮਹਾਰਾਜ ਦਾ ਫਰਮਾਨ ਹੈ ਕਿ ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਹਰ ਜੋਤ ਰੱਖੀ ਤੁਧ ਵਿੱਚ, ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ। ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਇਸ ਪ੍ਰਕਾਰ ਸਤਿਗੁਰਾਂ ਦਾ ਜੋ ਅਟਲ ਹੁਕਮ ਹੈ ਭਾਈ ਆਪ ਗੁਰੂ ਪਿਆਰੇ ਜਾਣਦੇ ਹੋ। ਸਤਿਗੁਰਾਂ ਦਾ ਫਰਮਾਨ ਹੈ ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ ਅਥਵਾ ਕੱਲੇ ਆਵੇ, ਨਾਨਕਾ ਸੱਦੇ ਉੱਠੀ ਜਾਏ। ਦੇ ਫਰਮਾਨ ਅਨੁਸਾਰ ਜੋ ਪਰਮੇਸ਼ਰ ਨੇ ਜੁਗਾਂ ਜੁਗੰਤਰਾਂ ਤੋਂ ਇਹ ਮਰਜ਼ਾਦਾ ਬਣਾਈ ਹੈ, ਉਹਦੇ ਹੁਕਮ ਅਨੁਸਾਰ ਜੀਵ ਸੰਸਾਰ 'ਤੇ ਆਉਂਦਾ ਹੈ ਅਤੇ ਆਪਣੀ ਸੰਸਾਰਕ ਯਾਤਰਾ ਨੂੰ ਪੂਰੀ ਕਰਦਾ ਹੋਇਆ ਉਹਦੇ ਹੁਕਮ ਦੇ ਅਨੁਸਾਰ ਇੱਥੋਂ ਤੁਰ ਜਾਂਦਾ ਹੈ। ਬਾਬਾ ਫਰੀਦ ਜੀ ਨੇ ਇਹ ਆਪਣੀ ਰਚਨਾ ਵਿੱਚ ਕਥਨ ਕੀਤਾ ਹੈ, ਸਾਨੂੰ ਸਮਝਾਉਣ ਵਾਸਤੇ ਬੜੇ ਤਰੀਕੇ ਨਾਲ ਸਿੱਖਿਆ ਦਿੱਤੀ ਹੈ ਕਿ ਜ਼ਮੀਨ ਜਿਹੜੀ ਹੈ ਧਰਤੀ ਹੈ, ਅਸਮਾਨ ਤੋਂ ਪੁੱਛਦੀ ਹੈ ਕਿ ਵੇਖਿਆ ਜਾਂਦਾ ਹੈ ਇਸ ਧਰਤੀ 'ਤੇ ਵੱਖ-ਵੱਖ ਥਾਵਾਂ 'ਤੇ ਕਿੰਨੇ ਮਾਲਕ ਬਣੇ ਬੈਠੇ ਹਨ। ਕੋਈ ਆਂਦਾ ਮੇਰੀ ਇੰਨੀ ਧਰਤੀ ਹੈ, ਕੋਈ ਆਂਦਾ ਮੇਰਾ ਇੰਨਾ ਰਾਜ ਹੈ, ਇੰਨਾ ਮੇਰਾ ਪ੍ਰਭਾਵ ਹੈ, ਇੱਥੇ ਕਿੰਨੇ ਕੁ ਹੋ ਗਏ ਹਨ। ਅਤੇ ਉਹਨਾਂ ਅੱਗੋਂ ਦੱਸਿਆ ਜਿਵੇਂ ਅਸਮਾਨ ਨੇ ਉਹਦੀ ਵਿਚਾਰ ਸੁਣ ਕੇ ਅੱਗੋਂ ਆਪਣਾ ਨਿਰਣਾ ਦੱਸਿਆ ਹੈ। ਜਿਵੇਂ ਪੁੱਛੇ ਅਸਮਾਨ ਫਰੀਦਾ ਖੇਵਟ ਕਿੰਨ ਗਏ, ਜਾਲਣ ਗੋਹਰਾਂ ਨਾਲ ਅਲਾਮੇ ਜੀਸ ਹੈ। ਫਿਰ ਅੱਗੇ ਫਰਮਾਨ ਕੀਤਾ ਜਿਸ ਆਸਣ ਹਮ ਬੈਠੇ ਕੇਤੇ ਬੈਸ ਗਏ। ਕਹਿੰਦੇ ਇਸ ਧਰਤੀ 'ਤੇ ਪਤਾ ਨਹੀਂ ਕਿੰਨੇ ਹੋ ਚੁੱਕੇ ਹਨ ਜਿੱਥੇ ਅੱਜ ਇਹ ਮਨੁੱਖ ਬੈਠਾ ਕਹਿੰਦਾ ਮੇਰੀ ਮਾਲਕੀ ਹੈ। ਇਸ ਤੋਂ ਪਤਾ ਨਹੀਂ ਪਹਿਲਾਂ ਕਿੰਨੀ ਵਾਰ ਇੱਥੇ ਕੀ ਕੁਝ ਹੋਇਆ ਹੈ, ਕਿੰਨੀ ਵਾਰ ਜੀਵ ਆਇਆ ਅਤੇ ਕਿੰਨੇ ਜੀਵ ਚਲੇ ਗਏ ਹਨ, ਇਹ ਪਰਮੇਸ਼ਰ ਜਾਣਦਾ ਹੈ। ਕਈ ਵਾਰ ਪਸਰਿਓ ਪਸਾਰ ਸਦਾ ਸਦਾ ਇੱਕ ਏਕ ਓਂਕਾਰ। ਇੱਕ ਪਰਮੇਸ਼ਰ ਜਿਹੜਾ ਸਦਾ ਰਹਿੰਦਾ ਹੈ, ਨਾ ਆਉਂਦਾ ਨਾ ਜਾਂਦਾ ਹੈ। ਆਉਣਾ ਉਹਨੇ ਹੈ ਜਿਹੜਾ ਕਿਤੇ ਗਿਆ ਹੋਇਆ ਹੈ, ਅਤੇ ਜਾਂਦਾ ਉਹ ਹੈ ਜਿਹਦਾ ਇੱਥੇ ਨਹੀਂ ਹੋਰ ਕਿਤੇ ਟਿਕਾਣਾ ਹੋਵੇ। ਅਤੇ ਉਹ ਵਾਹਿਗੁਰੂ ਪਰਮੇਸ਼ਰ ਐਸਾ ਹੈ ਜਿਵੇਂ ਮਹਾਰਾਜ ਨੇ ਸ੍ਰੀ ਸੁਖਮਨੀ ਸਾਹਿਬ ਵਿੱਚ ਕਥਨ ਕੀਤਾ, ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ, ਜੈਸੇ ਧਰ ਉੱਪਰ ਆਕਾਸ਼। ਜਿਵੇਂ ਧਰਤੀ ਦੇ ਉੱਪਰ ਸਾਰੇ ਆਕਾਸ਼ ਛਾਇਆ ਹੋਇਆ ਹੈ, ਇਸੇ ਪ੍ਰਕਾਰ ਪਰਮੇਸ਼ਰ ਦੀ ਸਾਰੇ ਥਾਵਾਂ 'ਤੇ ਸਤਾ ਉਹਦੀ ਕੁਦਰਤ ਉਹਦੀ ਸ਼ਕਤੀ ਵਰਤ ਰਹੀ ਹੈ। ਇਸ ਪ੍ਰਕਾਰ ਅੱਜ ਤੋਂ ਕੁਝ ਸਮਾਂ ਪਹਿਲਾਂ ਸਤਿਕਾਰਯੋਗ ਬਜ਼ੁਰਗ ਜੋ ਸਾਡੇ ਬਾਬਾ ਜੀ ਸ਼ਾਹ ਕਸ਼ਮੀਰ ਸਿੰਘ ਜੀ, ਮਾਤਾ ਗੋਪਾਲ ਕੌਰ ਜੀ ਕੁਝ ਸਮੇਂ ਤੋਂ ਪਹਿਲਾਂ ਆਪਣੇ ਪਰਿਵਾਰ ਨੂੰ ਸੰਬੰਧੀਆਂ ਨੂੰ ਪਰਮੇਸ਼ਰ ਦੇ ਹੁਕਮ ਅਨੁਸਾਰ ਵਿਛੋੜਾ ਦਿੰਦੇ ਹੋਏ ਆਪਣਾ
ਜਿਹੜਾ ਪ੍ਰਲੋਕ ਦਾ ਮਾਰਗ ਉਹਨਾਂ ਨੇ ਤੈਅ ਕੀਤਾ ਹੈ। ਸੋ ਗੁਰੂ ਕੀ ਸਾਧ ਸੰਗਤ ਹੁਣੇ ਆਪ ਜੀ ਨੇ ਸਰਵਣ ਕੀਤਾ, ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਇਹਦਾ ਭਾਵ ਸਤਿਗੁਰਾਂ ਨੇ ਦੱਸਿਆ ਜਿਵੇਂ ਵੱਡੇ ਵਡੇਰਿਆਂ ਦੀ, ਸਤਿਗੁਰਾਂ ਦੀ, ਮਹਾਂਪੁਰਖਾਂ ਦੀ ਯਾਦ ਜਿਹੜੀ ਹੈ, ਉਹਨਾਂ ਦੇ ਪਿਆਰੇ, ਉਹਨਾਂ ਦੇ ਸਿੱਖਿਆ ਨੂੰ ਧਾਰਨ ਵਾਲੇ ਸਦਾ ਉਹਨੂੰ ਤਾਜ਼ੀ ਰੱਖਦੇ ਹਨ। ਇਸੇ ਪ੍ਰਕਾਰ ਇਸ ਪਰਿਵਾਰ ਨੇ ਆਪਣੇ ਬਜ਼ੁਰਗਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਹੋਇਆਂ ਇਹ ਪਰਮੇਸ਼ਰ ਦੀ ਕਿਰਪਾ ਅਨੁਸਾਰ ਪਰਸੋਂ ਰੋਜ਼ ਤੋਂ ਸਤਿਗੁਰਾਂ ਦੇ ਚਰਨ ਆਪਣੇ ਗ੍ਰਹਿ ਵਿਖੇ ਪਵਾ ਕੇ ਪਵਿੱਤਰ ਗੁਰਬਾਣੀਆਂ ਦੇ ਪ੍ਰਵਾਹ ਚਲਾਏ ਹਨ। ਸੋ ਇਸ ਪ੍ਰਕਾਰ ਮਹਾਰਾਜ ਕਿਰਪਾ ਕਰਨ। ਉਹਨਾਂ ਦੇ ਜੋ ਇਹ ਪ੍ਰਵਾਹ ਚਲਾਉਣ ਦਾ ਮੁੱਖ ਕਾਰਨ ਹੈ, ਮਹਾਰਾਜ ਵਿਛੜੀਆਂ ਆਤਮਾਵਾਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਪਰਿਵਾਰ ਦੀ ਚੜ੍ਹਦੀ ਕਲਾ ਆਪਣੇ ਭਾਣੇ ਅਨੁਸਾਰ ਚੱਲਣ ਦਾ ਬਲ ਬਖਸ਼ਿਸ਼ ਕਰਨ। ਗੁਰੂ ਪਿਆਰੀ ਸਾਧ ਸੰਗਤ, ਆਓ ਹੁਣ ਜੋ ਸਤਿਗੁਰਾਂ ਦਾ ਫਰਮਾਨ ਹੈ ਇਸ ਤੋਂ ਕੁਝ ਲਾਹਾ ਪ੍ਰਾਪਤ ਕਰਨ ਵਾਸਤੇ ਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾਂ। ਗੁਰੂ ਪਿਆਰੀ ਸਾਧ ਸੰਗਤ, ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਜੋ ਧਨਾਸਰੀ ਰਾਗਣੀ ਦੇ ਵਿੱਚ ਕਥਨ ਕੀਤਾ ਹੈ, ਇਹ ਸ਼ਬਦ ਜੋ ਉਚਾਰਨ ਕੀਤਾ ਹੈ, ਘਰ ਬਾਰਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋ ਗੁਰੂ ਪਿਆਰੀ ਸਾਧ ਸੰਗਤ, ਘਰ ਜਿਹੜਾ ਹੈ, ਘਰ ਦਾ ਇੱਥੇ ਅਰਥ ਬਣਦਾ ਹੈ ਜਿਵੇਂ ਇਸ ਗੁਰਬਾਣੀ ਦਾ ਰਾਗੀ ਸਿੰਘ ਕੀਰਤਨ ਕਰਦੇ ਹਨ ਅਤੇ ਨਾਲ ਸੁਰ ਤਾਲ ਦਾ ਖਿਆਲ ਰੱਖਣਾ ਪੈਂਦਾ ਹੈ, ਅਤੇ ਉਹਦੇ ਅਨੁਸਾਰ ਸਤਿਗੁਰਾਂ ਨੇ ਹਦਾਇਤ ਕੀਤੀ ਹੈ ਕੀਰਤਨ ਕਰਨ ਵਾਲੇ, ਪਰਮੇਸ਼ਰ ਦਾ ਜਸ ਕਰਨ ਵਾਲੇ ਰਾਗੀ ਸਿੰਘਾਂ ਨੂੰ ਕਿ ਭਾਈ ਇਹ 12ਵੇਂ ਘਰ ਦੇ ਵਿੱਚ ਸੁਰ ਤਾਲ ਦਾ ਖਿਆਲ ਰੱਖ ਕੇ ਇਸ ਸ਼ਬਦ ਨੂੰ ਗਾਇਨ ਕਰਨਾ, ਅਤੇ ਫਿਰ ਇਸ ਸ਼ਬਦ ਦੀ ਜਿਹੜੀ ਹੈ ਪੂਰੀ ਸੰਪੂਰਨਤਾ, ਇਹਦਾ ਮਹਾਤਮ ਪ੍ਰਾਪਤ ਹੁੰਦਾ ਹੈ। ਇਸ ਤੋਂ ਅੱਗੇ ਮਹਾਰਾਜ ਜੀ ਨੇ ਸ਼ਬਦ ਦੀ ਆਰੰਭਤਾ ਤੋਂ ਪਹਿਲਾਂ ਮੰਗਲਾਚਰਨ ਕੀਤਾ ਹੈ, ਜੋ ਬਾਰ-ਬਾਰ ਸਤਿਗੁਰਾਂ ਨੇ ਸਾਡੇ 'ਤੇ ਰਹਿਮਤ ਕਰਕੇ ਜਿੱਥੋਂ ਅਸੀਂ ਭੁੱਲ ਜਾਂਦੇ ਹਾਂ, ਇਸੇ ਕਰਕੇ ਬਹੁਤ ਪਕਿਆਈ ਦੇ ਨਾਲ ਕਿੰਨੀ ਵਾਰ, ਅਨੇਕਾਂ ਵਾਰ ਸਤਿਗੁਰਾਂ ਨੇ ਇਹ ਜਿਹੜਾ ਮੰਗਲਾਚਰਨ ਲਿਖਣਾ ਕੀਤਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਕੁਝ ਮੰਗਲ ਦੇ ਜਿਹੜੇ ਮੰਗਲ ਵਿੱਚ ਹੋਰ ਵੀ ਹਨ, ਕੁਝ ਅੱਖਰਾਂ ਦਾ ਅੰਤਰ ਹੈ, ਪਰ ਇਹ ਜਿਹੜਾ ਮੰਗਲਾਚਰਨ ਆਉਂਦਾ ਹੈ ਇਹਦਾ ਭਾਵ ਸੰਖੇਪ ਵਿੱਚ ਇਹ ਹੈ, ਬਾਕੀ ਪਰਮੇਸ਼ਰ ਆਪ ਹੀ ਆਪਣੀ ਮਹਿਮਾ ਨੂੰ ਜਾਣਦਾ ਹੈ ਕਿ ਭਾਈ ਇੱਕ ਉਹ ਜਿਹੜਾ ਅਕਾਲ ਪੁਰਖ ਜੀ ਦੇ ਵਰਗਾ ਹੋਰ ਕੋਈ ਨਹੀਂ। ਬਾਕੀ ਜਿੰਨੇ ਕੋਈ ਦੇਵਤੇ ਹਨ, ਕੋਈ ਮਨੁੱਖ ਹਨ, ਪਤਾ ਨਹੀਂ ਇੱਕ ਇੱਕ ਨਾਂ ਵਾਲੇ ਕਿੰਨੇ ਹਨ। ਭਾਈ ਗੁਰਦਾਸ ਜੀ ਨੇ ਇਸ ਗੱਲ ਦੀ ਵਿਆਖਿਆ ਕੀਤੀ ਹੈ ਕਿ ਜਦੋਂ ਨਾਲ ਏਕਾ ਲੱਗ ਜਾਂਦਾ ਹੈ, ਇਹਦੀ ਵਿਸ਼ੇਸ਼ਤਾ ਹੀ ਹੈ ਕਿ ਇੱਕ ਜਿਹੜਾ ਹੈ ਉਹਦੇ ਵਰਗਾ ਕੋਈ ਹੋਰ ਨਹੀਂ, ਜਿਹਨੂੰ ਕਿਹਾ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ। ਇਸ ਪ੍ਰਕਾਰ ਉਹ ਜਿਹੜਾ ਇੱਕ ਪਰਮੇਸ਼ਰ ਹੈ ਉਹ ਪੂਰੇ ਸੱਚੇ ਸਤਿਗੁਰੂ ਦੀ ਕਿਰਪਾ ਹੋਵੇ, ਉਹਦੀ ਆਗਿਆ ਵਿੱਚ ਜੀਵ ਆਵੇ, ਉਹਦੀ ਸ਼ਰਨ ਵਿੱਚ ਆਵੇ ਅਤੇ ਉਹਦੀ ਆਗਿਆ ਨੂੰ ਧਾਰਨ ਕਰੇ ਗੁਰਮਤਿ ਨੂੰ। ਅਤੇ ਮਹਾਰਾਜ ਜੀ ਕਹਿੰਦੇ ਸਤਿਗੁਰੂ ਦੀ ਕਿਰਪਾ ਦੇ ਨਾਲ ਐਸਾ ਅਕਾਲ ਪੁਰਖ ਪਰਮੇਸ਼ਰ ਜੋ ਹੈ ਉਹਦੀ ਪ੍ਰਾਪਤੀ ਹੁੰਦੀ ਹੈ। ਬੰਦਨਾ ਹਰ ਬੰਦਨਾ ਗੁਣ ਗਾਹੋ ਗੋਪਾਲ ਰਾਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਭਾਈ ਬੰਦਨਾ ਤੋਂ ਭਾਵ ਹੁੰਦਾ ਨਮਸਕਾਰ ਕਰਨੀ, ਬੇਨਤੀ ਕਰਨੀ, ਡੰਡੌਤ ਜਿਵੇਂ ਕਿਹਾ ਹੈ, ਉਹ ਬੰਦਨਾ ਦੇ ਵੱਖ-ਵੱਖ ਤਰੀਕੇ ਹਨ। ਉਹਦੇ ਅੱਗੇ ਝੁਕਣ ਦੇ ਭਾਵ ਇਹ ਹੈ ਕਿ ਅੰਦਰੋਂ ਜਿਹੜਾ ਝੁਕ ਗਿਆ ਹੈ, ਉਸੇ ਪ੍ਰਕਾਰ ਬਾਹਰੋਂ ਹੀ ਉਹਦੇ ਵੱਖ-ਵੱਖ ਰੱਬ ਦੇ ਪਿਆਰਿਆਂ ਨੇ ਜਿਹੜੇ ਯਤਨ ਦੱਸੇ ਹਨ। ਅਤੇ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਬੰਦਨਾ ਹਰ ਬੰਦਨਾ ਉਸ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਾਰਿਆਂ ਤੋਂ ਉੱਪਰ ਹੈ, ਉਹਦੇ ਅੱਗੇ ਸਾਡੀ ਬੇਨਤੀ ਹੈ, ਉਹਦੇ ਅੱਗੇ ਨਮਸਕਾਰ ਹੈ। ਅਤੇ ਸਤਿਗੁਰੂ ਜੀ ਦੱਸ ਰਹੇ ਹਨ ਕਿ ਇਹ ਪਰਮੇਸ਼ਰ ਦੇ ਨਾਲ ਪ੍ਰੇਮ ਕਰਨ ਵਾਲਿਓ, ਗੁਰੂ ਕੇ ਪਿਆਰਿਓ, ਗੁਣ ਗਾਓ ਗੋਪਾਲ ਰਾਏ। ਉਹ ਜਿਹੜਾ ਗੋਪਾਲ ਭਾਵ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਅਤੇ ਉਹ ਵੇਦਾਂ ਗ੍ਰੰਥਾਂ ਨੂੰ ਜਾਣਦਾ ਹੈ, ਸਾਰਿਆਂ ਦੀ ਜੀਵਾਂ ਦੀ ਪਾਲਣਾ ਕਰਨ ਵਾਲਾ ਪਰਮੇਸ਼ਰ ਹੈ, ਰਾਜਾ ਹੈ ਸਭ ਦਾ, ਜਿਹਦਾ ਰਾਜ ਕਦੇ ਖਤਮ ਨਹੀਂ ਹੁੰਦਾ। ਇਹ ਨਹੀਂ ਕਿ ਇੰਨੇ ਸਾਲ ਲੰਘ ਗਏ ਮੁੜ ਕੇ ਹੋਰ ਰਾਜਾ ਬਣਨਾ ਹੈ ਜਾਂ ਉਹਦੇ ਹੋਰ ਧੜੇਬੰਦੀ ਪੈਣੀ ਹੈ।
ਉਹਦਾ ਰਾਜ ਸਦਾ ਹੀ ਕਾਇਮ ਹੈ। ਤਾਂ ਹੀ ਕਿਹਾ ਤੂੰ ਸਦਾ ਸਲਾਮਤ ਨਿਰੰਕਾਰ। हे ਪਰਮੇਸ਼ਰ, ਤੇਰਾ ਰਾਜ ਸਦਾ ਹੀ ਕਾਇਮ ਹੈ। ਜਿਹਦਾ ਸਦਾ ਰਾਜ ਰਹਿਣਾ ਅਸਲ ਵਿੱਚ ਉਹ ਰਾਜਾ ਹੈ। ਗੁਰੂ ਪਿਆਰੀ ਸਾਧ ਸੰਗਤ, ਜਦੋਂ ਜਿਹੜਾ ਬਾਦਸ਼ਾਹ ਹੋਇਆ ਹੈ ਮੁਸਲਮਾਨ, ਬੜਾ ਸਖਤੀ ਵਿੱਚ ਉਹਨੇ ਆਪਣਾ ਹੁਕਮ ਜਿਹੜਾ ਦੁਨੀਆ 'ਤੇ ਚਲਾਇਆ ਸੀ, ਅਤੇ ਭਗਤ ਕਬੀਰ ਜੀ ਨੂੰ ਉਹਦੇ ਪੇਸ਼ ਕੀਤਾ ਗਿਆ। ਵਿਰੋਧੀਆਂ ਨੇ ਸ਼ਿਕਾਇਤਾਂ ਲਾਈਆਂ, ਇਹ ਜਿਹੜਾ ਹੈ ਪੰਡਤਾਂ ਤੋਂ ਅਤੇ ਮੁਸਲਮਾਨਾਂ ਤੋਂ ਉਲਟ ਇਹਦੀ ਮਰਜ਼ਾਦਾ ਹੈ। ਇਹ ਉਹਨਾਂ ਮਰਜ਼ਾਦਾ ਨੂੰ ਛੱਡ ਕੇ ਨੀਵੀਂ ਜਾਤ ਵਿੱਚ ਪੈਦਾ ਹੋ ਕੇ ਆਪਣੀਆਂ ਹੋਰ ਸਿੱਖਿਆ ਦੁਨੀਆ ਦੇ ਲੋਕਾਂ ਨੂੰ ਦੱਸਦਾ ਹੈ। ਅਤੇ ਉਸ ਵੇਲੇ ਗੁਰੂ ਕੀ ਸਾਧ ਸੰਗਤ ਦੱਸਿਆ ਜਾਂਦਾ ਹੈ ਕਿ ਜਦੋਂ ਭਗਤ ਕਬੀਰ ਜੀ ਉਹਦੇ ਕੋਲ ਪਹੁੰਚੇ ਹਨ ਪਰਮੇਸ਼ਰ ਦੇ ਹੁਕਮ ਨੂੰ ਮੰਨਦੇ ਹੋਏ, ਅਤੇ ਉਹਨਾਂ ਕਿਹਾ ਤੂੰ ਸਲਾਮ ਨਹੀਂ ਕੀਤੀ। ਅਤੇ ਉਸ ਵੇਲੇ ਭਗਤ ਕਬੀਰ ਜੀ ਡਰੇ ਨਹੀਂ। ਵੇਖੋ, ਇੱਕ ਨੀਵੀਂ ਜਾਤ ਵਿੱਚ ਹਨ। ਭਗਤ ਕਬੀਰ ਜੀ ਕਹਿੰਦੇ ਇੱਕ ਜੁਲਾ ਜਾਤ ਹੈ ਜਿਹੜੀ ਜਲਾਇਆਂ ਦੇ ਵਿੱਚੋਂ, ਉਹ ਵੀ ਨਿਊਣ ਜਾਤ ਹੋਰ ਜਲਾਇਆਂ ਵਿੱਚੋਂ ਮੰਨੀ ਜਾਂਦੀ ਹੈ, ਨਿਊਣ ਥੱਲੇ ਜਾਤੀ ਮੰਨੀ ਜਾਂਦੀ ਹੈ। ਅਤੇ ਉਹਦੇ ਵਿੱਚ ਪੈਦਾ ਹੋ ਕੇ ਕਬੀਰ ਜੀ ਕਹਿੰਦੇ, ਕਬੀਰ ਇਸ ਜਾਤ ਤੋਂ ਬਲਿਹਾਰ ਜਾਈਏ, ਜਿਹਨੂੰ ਸਾਰੇ ਲੋਕ ਹੱਸਦੇ ਹਨ, ਕੀ ਫਲਾਨਿਆਂ ਤੋਂ ਜਲਾਇਆਂ ਵਾਂਗੂ ਹੈ। ਅਤੇ ਕਹਿੰਦੇ ਇਸ ਨੀਵੀਂ ਜਾਤ ਵਿੱਚ ਪੈਦਾ ਹੋ ਕੇ ਅਤੇ ਅਸੀਂ ਪਰਮੇਸ਼ਰ ਨਾਲ ਜੁੜ ਗਏ ਹਾਂ। ਇਹ ਜਾਤ ਧਨ ਹੈ। ਉਹ ਧਰਤੀ, ਉਹ ਘਰ, ਉਹ ਸਰੀਰ, ਉਹ ਸੰਗਤ ਧਨ ਹੈ ਜਿੱਥੇ ਪਰਮੇਸ਼ਰ ਦੇ ਨਾਲ ਜੁੜਿਆ ਜਾਵੇ। ਅਤੇ ਮਹਾਰਾਜ ਜੀ ਸਵੇਰੇ ਵੀ ਇਹ ਫਰਮਾਨ ਸੀ, ਸਹਿਸਕ੍ਰਿਤੀ ਵਿੱਚ ਆਉਂਦਾ ਹੈ, ਨਹੀਂ ਤੇ ਮਾਤਾ ਪਿਤਾ ਸੰਬੰਧੀ ਰਿਸ਼ਤੇਦਾਰ ਕਹਿੰਦੇ ਕੁਝ ਵੀ ਨਹੀਂ, ਸਾਰੇ ਵਿਅਰਥ ਹਨ ਜੇ ਪਰਮੇਸ਼ਰ ਦੇ ਨਾਲ ਮਿਲਣ ਵਿੱਚ ਵਿਘਨ ਪੈਂਦਾ ਹੈ। ਜਿੱਥੇ ਜਿਹੜਾ ਉਹਦੇ ਨਾਲ ਜੋੜ ਦੇਵੇ ਉਹ ਸਭ ਤੋਂ ਉਹ ਨੇੜੇ ਦਾ ਉਹਦਾ ਰਿਸ਼ਤਾ ਹੈ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਇਸ ਕਰਕੇ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਭਾਈ ਉਹ ਐਸਾ ਜਿਹੜਾ ਰਾਜਾ ਹੈ ਪਰਮੇਸ਼ਰ, ਅਤੇ ਉਹ ਸਭ ਤੋਂ ਵੱਡਾ ਹੈ। ਅਤੇ ਰੱਬ ਦੇ ਪਿਆਰੇ ਉਹਦੀ ਮੰਨਤਾ ਕਰਦੇ। ਗੁਰੂ ਕਲਗੀਧਰ ਪਾਤਸ਼ਾਹ ਕਿਹਾ, ਆਦ ਅੰਤ ਏਕੇ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸੀ ਕੋ ਹਮਾਰੇ, ਸਗਲ ਪ੍ਰਜਾ ਜਨ ਆਪ ਸਵਾਰੀ। ਅਤੇ ਭਗਤ ਕਬੀਰ ਜੀ ਉਸ ਵੇਲੇ ਨੂੰ ਬਾਦਸ਼ਾਹ ਨੂੰ ਕਹਿਣ ਲੱਗੇ ਕਿ ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਕਹਿੰਦੇ ਅਸੀਂ ਉਸ ਰਾਜ ਨੂੰ ਸਲਾਮ ਕਰਦੇ ਹਾਂ ਜਿਹੜਾ ਤੁਹਾਨੂੰ ਰਾਜ ਦੇਣ ਵਾਲਾ ਹੈ, ਜਿਹਦੇ ਹੁਕਮ ਦੇ ਨਾਲ ਤੁਸੀਂ ਆਪਣੇ ਹੰਕਾਰ ਵਿੱਚ ਹੋ ਕਿ ਅਸੀਂ ਸਭ ਕੁਝ ਕਰਦੇ ਹਾਂ। ਇਹ ਨਹੀਂ ਪਤਾ ਪਿੱਛੇ ਕਿਹਦੀ ਤਾਕਤ ਹੈ। ਇਸ ਕਰਕੇ ਸਭ ਤੋਂ ਵੱਡਾ ਜਿਹੜਾ ਪਰਮੇਸ਼ਰ ਰਾਜਾ ਹੈ, ਅਸੀਂ ਉਹਨੂੰ ਮੰਨਦੇ ਹਾਂ। ਭਾਵੇਂ ਉਹਨੂੰ ਮੁੜ ਕੇ ਕਿੰਨੀਆਂ ਸਜ਼ਾ ਦਿੱਤੀਆਂ ਗਈਆਂ, ਜੰਜੀਰਾਂ ਨਾਲ ਬੰਨ੍ਹ ਕੇ ਨਦੀ ਵਿੱਚ ਰੋੜਿਆ ਗਿਆ, ਤਾਂ ਵੀ ਉਹਦਾ ਕੋਈ ਨੁਕਸਾਨ ਨਹੀਂ ਹੋਇਆ, ਵਾਲ ਵਿੰਗਾ ਨਹੀਂ ਹੋਇਆ, ਕਿਉਂਕਿ ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ। ਜੇ ਬਲਦੀ ਅੱਗ ਵਿੱਚ ਉਹਨੂੰ ਬਿਠਾਇਆ ਗਿਆ ਅਤੇ ਅੱਗ ਜਿਹੜੀ ਸੀ ਉਹ ਲੱਕੜਾਂ ਦਾ ਢੇਰ ਸੜ ਗਿਆ, ਬਲਦੀ ਰਹੀ, ਪਰ ਕਬੀਰ ਜੀ ਉਸੇ ਤਰ੍ਹਾਂ ਰਾਮ ਰਾਮ ਦਾ ਜਾਪ ਕਰਦੇ ਰਹੇ। ਇਸ ਪ੍ਰਕਾਰ ਹਾਥੀ ਅੱਗੇ ਸੁੱਟਿਆ ਗਿਆ, ਹਾਥੀ ਨਮਸਕਾਰਾਂ ਕਰਦਾ ਪਿੱਛੇ ਮੁੜ ਗਿਆ। ਜਿਹਦੇ ਅੰਦਰ ਪਰਮੇਸ਼ਰ ਹੈ, ਨਾ ਹੋਏ ਮਰੇ ਨਾ ਠਾਗੇ ਜਾਹੇ, ਜਿਨ ਕੇ ਰਾਮ ਵਸੇ ਮਨ ਮਾਹੇ। ਜਿਨ੍ਹਾਂ ਨੂੰ ਉਹਦੇ 'ਤੇ ਭਰੋਸਾ ਆ ਗਿਆ, ਜਿਨ੍ਹਾਂ ਨੂੰ ਸੋਝੀ ਆ ਗਈ ਕਿ ਸਭ ਤੋਂ ਵੱਡਾ ਜਿਹੜਾ ਉਹਨੂੰ ਯਾਦ ਕਰਨਾ ਚਾਹੀਦਾ ਹੈ। ਇਸ ਪ੍ਰਕਾਰ ਪੰਜਵੇਂ ਪਾਤਸ਼ਾਹ ਜੀ ਕਹਿੰਦੇ, ਉਸ ਰਾਮ ਰਾਏ ਨੂੰ, ਗੋਪਾਲ ਰਾਏ ਨੂੰ ਸਦਾ ਗਾਉਣਾ ਕਰੋ ਪ੍ਰੇਮ ਦੇ ਨਾਲ। ਜਿਵੇਂ ਗਾਉਣ ਵਾਲੇ ਦੀ ਬਿਰਤੀ ਟਿਕੀ ਹੋਵੇ ਤੇ ਉਹ ਗਾ ਸਕਦਾ ਹੈ, ਜੇ ਸੁਰਤੀ ਵਿੱਚ ਨਾ ਹੋਵੇ ਤੇ ਗਾਉਣਾ ਜਿਹੜਾ ਵਿਰਸ ਹੋ ਜਾਂਦਾ ਹੈ। ਮਹਾਰਾਜ ਜੀ ਤਾਂ ਹੀ ਕਿਹਾ, ਨਾਨਕ ਭਵਜਲ ਪਾਰ ਪਰੇ ਜੋ ਗਾਵੇ ਪ੍ਰਭ ਕੇ ਗੀਤ। ਜਿਹੜਾ ਉਸ ਤਰ੍ਹਾਂ ਗਾਉਣ ਵਾਲੇ ਵਾਂਗੂ ਧਿਆਨ ਵਿੱਚ ਰੱਖ ਕੇ ਉਹਨੂੰ ਯਾਦ ਕਰਦਾ, ਜਿੱਥੇ ਸੁਰਤ ਅਤੇ ਸ਼ਬਦ ਦਾ ਜੋੜ ਹੋਵੇਗਾ, ਉਹਦਾ ਆਨੰਦ ਪ੍ਰਾਪਤ ਹੋਏਗਾ। ਸਾਨੂੰ ਬਾਣੀ ਦਾ, ਕਥਾ ਦਾ ਆਨੰਦ ਕਿਉਂ ਨਹੀਂ ਆਉਂਦਾ ਕਿ ਸਾਡੀ ਸੁਰਤੀ ਕਿਤੇ ਹੁੰਦੀ ਹੈ, ਸੁਣਦੇ ਕੁਝ ਹੁੰਦੇ ਹਾਂ, ਇਸ ਕਰਕੇ ਕਿਰਪਾ ਨਹੀਂ ਹੁੰਦੀ। ਮਹਾਰਾਜ ਕਹਿੰਦੇ ਉਹਨੂੰ ਯਾਦ ਕਰਨਾ ਕਰੋ। ਰਹਾਉ ਰਹਾਉ ਤੋਂ ਭਾਵ ਸ਼ਬਦ ਦਾ ਜਿਹੜਾ ਮੁੱਖ ਕੇਂਦਰੀ ਭਾਵ ਹੈ, ਸਤਿਗੁਰਾਂ ਨੇ ਪਹਿਲੀ ਤੁਕ ਦੇ ਵਿੱਚ ਦਰਸਾਉਣਾ ਕੀਤਾ, ਭਾਈ ਇੱਕ ਦੀ ਸ਼ਰਨ ਵਿੱਚ ਰਹਿਣਾ ਕਰੋ। ਬੜੀ ਵਾਰ ਇਹ ਬੇਨਤੀ ਸੰਗਤਾਂ ਵਿੱਚ ਹੋਈ ਹੈ ਕਿ ਭਾਈ ਸਤਿਕਾਰਯੋਗ ਸਾਰੇ ਹਨ, ਕੋਈ ਮਾੜਾ ਨਹੀਂ। ਕਿਤੇ ਵੀ ਦਰਸ਼ਨ ਦਿਦਾਰੇ ਕਰਨੇ ਹਨ, ਕਿਤੇ ਵੀ ਜਿੱਥੇ ਆਪਣੀ ਮਰਜ਼ਾਦਾ ਵਿੱਚ ਫਰਕ ਨਾ ਪਏ, ਉੱਥੇ ਕੋਈ ਜਾਣ ਦਾ ਡਰ ਨਹੀਂ, ਗੁਰੂ ਦੀ ਮਰਜ਼ਾਦਾ ਦੇ ਉਲਟ ਨਾ ਹੋਵੇ। ਪਰ ਜਿਹੜੀ ਅਰਦਾਸ ਕਰਨੀ ਹੈ, ਜਿੱਥੋਂ ਮੰਗਣਾ ਹਮੇਸ਼ਾ ਇੱਕ ਜਗ੍ਹਾ 'ਤੇ ਮੰਨਣਾ ਚਾਹੀਦਾ, ਜਿੱਥੇ ਮਨ ਮੰਨਦਾ ਹੈ। ਜੇ ਇੱਕ ਥਾਂ ਸਾਡਾ ਮਨ ਟਿਕਿਆ ਨਹੀਂ ਤੇ ਵੇਸਵਾ ਦੇ ਸਮਾਨ ਹਾਂ। ਪਤੀ ਵਰਤਾ ਵਾਲਾ ਦਰਜਾ ਜਿਹੜਾ ਹੈ
ਉਹ ਗੁਰਸਿੱਖ ਨੂੰ ਪ੍ਰਾਪਤ ਨਹੀਂ ਹੁੰਦਾ। ਇਸ ਕਰਕੇ ਮਹਾਰਾਜ ਜੀ ਕਥਨ ਕਰਦੇ ਇੱਕ ਦੀ ਸ਼ਰਨ ਵਿੱਚ ਰਹਿਣਾ ਕਰੋ। ਵੱਡੇ ਭਾਗ ਭੇਟੇ ਗੁਰਦੇਵਾ। ਤੇ ਫਿਰ ਕਿਹਾ ਕਿ ਮਹਾਰਾਜ ਸਾਰੇ ਇਹ ਗੱਲ ਮੰਨ ਜਾਣਗੇ। ਮਹਾਰਾਜ ਜੀ ਕਥਨ ਕਰਦੇ ਭਾਈ ਇਹਦੇ ਵਿੱਚ ਦੋ ਕਾਰਨ ਹੁੰਦੇ ਹਨ। ਜਿਵੇਂ 12 ਮਾਹ ਦੇ ਆਰੰਭ ਵਿੱਚ ਕਿਹਾ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਸਭ ਤੋਂ ਪਹਿਲਾਂ ਪਰਮੇਸ਼ਰ ਦੀ ਕਿਰਪਾ ਹੋਵੇ ਤੇ ਦੂਜੇ ਜੀਵ ਦੇ ਕਰਮ ਚੰਗੇ ਹੋਣ ਉਹਦੀ ਕਿਰਪਾ ਨਾਲ, ਤੇ ਫਿਰ ਪਰਮੇਸ਼ਰ ਨਾਲ ਉਹ ਵੱਡੇ ਭਾਗਾਂ ਵਾਲੇ ਕਰਮਾਂ ਵਾਲੇ ਜੀਵ ਮਿਲਦੇ ਹਨ। ਸਤਿਗੁਰੂ ਜੀ ਕਹਿੰਦੇ ਗੁਰੂ ਦੀ ਸ਼ਰਨ ਵਿੱਚ ਉਹ ਆਉਂਦੇ ਹਨ, ਤਨ ਮਨ ਹਾਜ਼ਰ ਕਰਦੇ ਹਨ ਜਿਨ੍ਹਾਂ ਤੇ ਪੂਰਨ ਕਿਰਪਾ ਹੋਵੇ। ਇਸ ਕਰਕੇ ਜਿਹੜੇ ਗੁਰੂ ਦੇ ਹੋ ਗਏ ਸਾਰਾ ਸੰਸਾਰ ਉਹਨਾਂ ਦਾ ਹੋ ਜਾਂਦਾ। ਬਾਬਾ ਫਰੀਦ ਜੀ ਕਹਿੰਦੇ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਉਸ ਪਰਮੇਸ਼ਰ ਦਾ ਇਹ ਹੁਕਮ ਹੈ। ਗੁਰੂ ਦੀ ਸ਼ਰਨ ਵਿੱਚ ਆਉਣਾ ਤਾਂ ਉਹ ਕਿਰਪਾ ਹੁੰਦੀ ਹੈ। ਓਟ ਅਪਰਾਧ ਮਿਟੇ ਹਰ ਸੇਵਾ। ਅਸੀਂ ਇੱਕ ਗੁਨਾਹ ਹੋ ਜਾਵੇ ਤੇ ਕਈ ਵਾਰ ਉਹਦੇ ਵਾਸਤੇ ਕਿੰਨੇ ਤਰਲੇ ਕਰਦੇ, ਮਹਾਰਾਜ ਬਖਸ਼ ਲਓ। ਉਹ ਵੀ ਜਿਨ੍ਹਾਂ ਤੇ ਕਿਰਪਾ ਹੋਈ ਆਪਣੇ ਔਗਣ ਉਹ ਵੇਂਦਾ ਸਾਰੇ ਨਹੀਂ। ਅਸੀਂ ਲੋਕਾਂ ਦੇ ਔਗਣ ਵੇਖਦੇ ਹਾਂ ਤੇ ਆਪਣੇ ਗੁਣ ਜਿਹੜੇ ਹਾਂ ਬੜੇ ਹਉਮੈ ਦੇ ਨਾਲ ਦੱਸਦੇ ਹਾਂ, ਪਰ ਰੱਬ ਦੇ ਪਿਆਰੇ ਆਪਣੇ ਔਗਣਾਂ ਨੂੰ ਦੱਸਦੇ ਹਨ ਸੰਗਤ ਵਿੱਚ ਗੁਰੂ ਦੇ ਅੱਗੇ ਆ ਕੇ, ਤੇ ਕਿਸੇ ਕੋਲੋਂ ਗੁਣ ਧਾਰਨ ਕਰਦੇ ਹਨ। ਔਗਣ ਆਪਣੇ ਦੱਸਦੇ ਹਨ। ਵਾਹਿਗੁਰੂ ਵਾਹਿਗੁਰੂ ਬੋਲ ਮਨਾ ਕਦੇ ਡੋਲੀ ਨਾ, ਆਪਣੇ ਔਗਣ ਫੋਲ ਕਿਸੇ ਦੇ ਫੋਲੀ ਨਾ। ਇਸ ਕਰਕੇ ਉਹ ਕਹਿੰਦੇ ਸਾਡੇ ਔਗਣ ਮਹਾਰਾਜ ਬਖਸ਼ ਲਾਹੀਂ ਤਾਂ ਸੰਗਤ ਵਿੱਚ ਜੇ ਤੂੰ ਸਾਨੂੰ ਲਿਆਉਣਾ ਕੀਤਾ ਬੇਨਤੀ ਕਰਦੇ ਹਾਂ। ਤੇ ਫਿਰ ਕਹਿੰਦੇ ਕੋਟ ਅਪਰਾਧ ਇੱਕ ਨਹੀਂ, ਜਿਹੜੇ ਕਰੋੜਾਂ ਹੀ ਪਾਪ ਉਹਦੇ ਕੋਲ ਅਪਰਾਧ ਹੋਏ ਹਨ। ਇਹਦੇ ਵਿੱਚ ਫਰਕ ਹੈ। ਪਾਪ ਤੇ ਅਪਰਾਧ ਦਾ ਅੰਤਰ ਇਹ ਹੈ, ਇੱਕ ਉਹ ਕਰਮ ਹੈ ਜਿਹੜਾ ਲੁਕ ਕੇ ਲੋਕਾਂ ਤੋਂ ਕੀਤਾ ਜਾਂਦਾ ਹੈ ਦੁਨੀਆ ਤੋਂ। ਇੱਕ ਉਹ ਹੈ ਜਿਹੜਾ ਜ਼ਾਹਰ ਹੁੰਦਾ ਹੈ, ਜਿਵੇਂ ਕਿਸੇ ਦਾ ਨੁਕਸਾਨ ਕਰ ਦੇਣਾ, ਕਿਸੇ ਨੂੰ ਮਾਰ ਦੇਣਾ। ਇੱਕ ਜਿਹੜਾ ਮਨ ਵਿੱਚ ਕਿਸੇ ਦਾ ਬੁਰਾ ਤੱਕਣਾ, ਕਿਸੇ ਦਾ ਨੁਕਸਾਨ ਕਰਨਾ, ਮਨ ਵਿੱਚ ਸਦਾ ਸੋਚਣਾ, ਉਹਦੇ ਨਾਲੋਂ ਜ਼ਿਆਦਾ ਗੁਨਾਹ ਹੈ। ਤੇ ਸਤਿਗੁਰੂ ਜੀ ਕਥਨ ਕਰਦੇ ਹਨ ਉਹਦੀ ਸੇਵਾ ਕੀਤੀਆਂ, ਉਹਦੀ ਆਗਿਆ ਵਿੱਚ, ਉਹਦੀ ਸੰਗਤ ਵਿੱਚ ਆਇਆ ਪਾਏ। ਇਹ ਇੱਕ ਨਹੀਂ ਕਰੋੜਾਂ ਹੀ ਪਾਪ ਜਿਹੜੇ ਮਹਾਰਾਜ ਇੱਕ ਖਿਣ ਵਿੱਚ ਬਖਸ਼ ਦਿੰਦੇ ਹਨ। ਜਿਵੇਂ ਕਿੱਡਾ ਵੱਡਾ ਲੱਕੜਾਂ ਦਾ ਢੇਰ ਹੋਵੇ, ਥੋੜ੍ਹੀ ਜਿਹੀ ਅੱਗ ਦੀ ਚੰਗਿਆੜੀ ਨਾਲ ਉਹ ਸਾਰਿਆਂ ਨੂੰ ਉਹ ਜਿਹੜਾ ਅੱਗ ਦਾ ਚੰਗਿਆੜਾ ਸਾੜ ਦਿੰਦਾ ਹੈ। ਇਸ ਕਰਕੇ ਪਰਮੇਸ਼ਰ ਦੀ ਇੱਕ ਖਿਣ ਜਿੰਨੀ ਵੀ ਕਿਰਪਾ ਹੋ ਜਾਵੇ ਸਮੇਂ ਵਿੱਚ ਉਹ ਜੀਵ ਨੂੰ ਨਿਹਾਲ ਕਰ ਦਿੰਦਾ ਹੈ। ਚਰਨ ਕਮਲ ਜਾ ਕਾ ਮਨ ਰਾਪੇ। ਇਸ ਕਰਕੇ ਮਹਾਰਾਜ ਜੀ ਕਥਨ ਕਰਦੇ ਭਾਈ ਉਹਦੇ ਚਰਨਾਂ ਕਮਲਾਂ ਦੇ ਨਾਲ ਜਿਹਦਾ ਮਨ ਰੰਗਿਆ ਗਿਆ ਹੈ, ਜਿਹਨੂੰ ਉਹਦਾ ਪ੍ਰੇਮ ਬਣ ਗਿਆ ਹੈ। ਕਿਉਂਕਿ ਸਤਿਗੁਰਾਂ ਦੀ ਇੱਕ ਵੱਡੀ ਸਿੱਖਿਆ ਸਾਨੂੰ ਦੱਸਣ ਵਾਸਤੇ, ਜਿਵੇਂ ਕੋਈ ਮੀਟਰ ਦੇ ਨਾਲ ਕਿਸੇ ਚੀਜ਼ ਨੂੰ ਚੈੱਕ ਕਰਦਾ ਹੈ, ਮਹਾਰਾਜ ਕਹਿੰਦੇ ਆਪਣੇ ਮਨ ਦੀ ਨਿਸ਼ਾਨੀ ਇੱਕੋ ਵੇਖੋ। ਕਿਉਂਕਿ ਨਿਰਮਲ ਮਨ ਜਿਹੜਾ ਉਹਦੀ ਨਿਸ਼ਾਨੀ ਇੱਕ ਹੈ। ਜਦੋਂ ਗੁਰੂ ਕੀ ਬਾਣੀ, ਗੁਰੂ ਕੀ ਕਥਾ, ਗੁਰੂ ਕਾ ਕੀਰਤਨ ਜਿਹੜਾ ਮਨ ਨੂੰ ਚੰਗਾ ਲੱਗੇ, ਉਹਦਾ ਆਨੰਦ ਆਵੇ, ਉਹਦੀ ਸਮਝ ਆਵੇ, ਜੀ ਕਰੇ ਕਿ ਵੱਧ ਤੋਂ ਵੱਧ ਸਮਾਂ ਸੁਣੀਏ। ਇਸ ਕਰਕੇ ਨਹੀਂ ਤੇ ਸਾਡਾ ਮਨ ਇਹੋ ਜਿਹਾ ਆਂਦਾ ਕਦੋਂ ਸਮਾਪਤੀ ਹੋਵੇ, ਕਦੋਂ ਜਾਈਏ। ਗੱਲਾਂ ਭਾਵੇਂ ਮਹਾਰਾਜ ਦੀ ਹਾਜ਼ਰੀ ਵਿੱਚ ਹੀ ਕਿੰਨੀਆਂ ਕਰੀ ਜਾਈਏ, ਪਿੱਛਾ ਕਰਕੇ ਵੀ ਕਰੀ ਜਾਂਦੇ ਹਾਂ, ਹੋਰ ਤਰ੍ਹਾਂ ਵੀ ਕਰੀ ਜਾਂਦੇ ਹਾਂ, ਪਰ ਜਦੋਂ ਗੁਰੂ ਦੀ ਕੋਈ ਮਹਿਮਾ ਦਾ ਸਮਾਂ ਆਉਂਦਾ ਉਦੋਂ ਸਾਰਿਆਂ ਦਾ ਮਨ ਕਾਲਾ ਪੈ ਜਾਂਦਾ। ਵਿਰਲੇ ਇਸ ਗੱਲ ਦੇ ਵਪਾਰੀ ਹਨ, ਤਾਂ ਹੀ ਕਿਹਾ ਵਿਰਲੇ ਵਿਰਲੇ ਜੀ ਤੇਰੇ ਨਾਮ ਦੇ ਵਪਾਰੀ। ਤੇ ਸਤਿਗੁਰੂ ਜੀ ਕਥਨ ਕਰਦੇ ਇਸ ਕਰਕੇ ਜਿਹੜਾ ਉਹਦੇ ਚਰਨ ਤੇ ਕਮਲ, ਭਾਵ ਇਹ ਹੈ ਚਰਨ ਹੈ ਜਿਹੜੇ ਇੱਕ ਤੇ ਹੁੰਦਾ ਕਿ ਮਹਾਂਪੁਰਖਾਂ ਦੇ, ਰੱਬ ਦੇ ਪਿਆਰਿਆਂ ਦੀ, ਸਤਿਗੁਰਾਂ ਦੇ ਚਰਨਾਂ ਦੀ ਧੂੜੀ ਪ੍ਰਾਪਤ ਹੋ ਜਾਵੇ, ਉਹਨਾਂ ਤੇ ਆਪਣਾ ਮਸਤਕ ਝੁਕਾਉਣਾ। ਤੇ ਇੱਕ ਭਾਸ਼ਾ ਵਿੱਚ ਚਰਨ ਕਿਹਾ ਗੁਰੂ ਕੇ ਬਚਨਾਂ ਨੂੰ, ਕਿਉਂਕਿ ਜਿਹੜੇ ਹਿਰਦੇ ਵਿੱਚ ਧਾਰਨ ਕਰਨੇ ਗੁਰੂ ਕੇ ਬਚਨਾਂ ਨੂੰ ਧਾਰਨ ਕਰਨਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਹਦਾ ਚਰਨ ਕਮਲਾਂ ਦੇ ਨਾਲ ਪ੍ਰੇਮ ਹੋ ਗਿਆ ਉਹਨੂੰ ਅਸਲ ਰੰਗ ਚੜ੍ਹ ਜਾਂਦਾ, ਭਿੱਜ ਜਾਂਦਾ, ਉਹਨੂੰ ਆਨੰਦ ਆਉਂਦਾ ਹੈ। ਸੋਗ ਅਗਨ ਤਿਸ ਜਨ ਨਾ ਵਿਆਪੇ। ਫਿਰ ਭਾਵੇਂ ਕਿਸੇ ਤਰ੍ਹਾਂ ਦਾ ਸਮਾਂ ਹੈ, ਕੋਈ ਗਰਮੀ ਹੈ ਜਾਂ ਹੋਰ ਕਿਸੇ ਤਰ੍ਹਾਂ ਕੋਈ ਭਾਣਾ ਵਰਤ ਰਿਹਾ ਸੰਸਾਰ ਤੇ, ਕਿਸੇ ਤਰ੍ਹਾਂ ਦਾ ਕੋਈ ਪਾਪ ਅਪਰਾਧ ਹੋ ਰਿਹਾ ਹੈ, ਤੇ ਉਹਦਾ ਜਿਹੜਾ ਪਰਮੇਸ਼ਰ ਦਾ ਪਿਆਰਾ ਹੈ ਉਹਦਾ ਕਿਸੇ ਤਰ੍ਹਾਂ ਵੀ ਮਨ ਉਪਰਾਮ ਨਹੀਂ ਹੁੰਦਾ। ਜਿਵੇਂ ਧੰਨ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਭਾਵੇਂ ਉਹ ਰੱਬ ਦਾ ਰੂਪ ਸਨ, ਪਰ ਉਹਨਾਂ ਸਾਨੂੰ ਸਿੱਖਿਆ ਇਹ ਜ਼ਰੂਰ ਦਿੱਤੀ ਹੈ ਕਿ ਭਾਈ ਰੱਬ ਦੇ ਪਿਆਰੇ ਹਰ ਸਮੇਂ ਵਿੱਚ ਇਹ ਕਹਿੰਦੇ ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੇ। ਪਰਮੇਸ਼ਰ ਜੋ ਤੂੰ ਕਰਦਾ ਹੈ ਤੇਰੇ ਹੁਕਮ ਵਿੱਚ ਉਹ ਸੱਚਾ ਹੀ ਹੋ ਰਿਹਾ ਹੈ, ਤੇ ਉਹ ਆਪਣੇ ਆਨੰਦ ਵਿੱਚ ਉਹਦੀ ਮਹਿਮਾ ਨੂੰ ਸਦਾ ਗਾਉਂਦੇ ਹਨ।
ਉਹਨਾਂ ਨੂੰ ਕਿਸੇ ਚੀਜ਼ ਦਾ ਵੀ ਪ੍ਰਭਾਵ ਨਹੀਂ ਹੁੰਦਾ। ਭਾਵੇਂ ਬਲਦੀ ਅੱਗ ਵਿੱਚ ਬਾਬਾ ਬਿਧੀ ਚੰਦ ਵਾਂਗੂ ਬੈਠ ਜਾਣ। ਹੁਣੇ ਆਪ ਜੀ ਨੇ ਭਗਤ ਕਬੀਰ ਜੀ ਦੀ ਵਿਚਾਰ ਸਰਵਣ ਕੀਤੀ ਹੈ। ਉਹਨਾਂ ਵਾਸਤੇ ਸਾਰੀਆਂ ਚੀਜ਼ਾਂ ਉਹਨਾਂ ਦੀ ਸੇਵਾ ਦੇ ਵਿੱਚ ਖੜੀਆਂ ਹੋ ਜਾਂਦੀਆਂ ਹਨ, ਕਿਉਂਕਿ ਪਰਮੇਸ਼ਰ ਦੇ ਹੁਕਮ ਵਿੱਚ ਉਹ ਸਾਰੇ ਹਨ। ਜੋ ਵੀ ਤੱਤ ਹਨ, ਜੋ ਵੀ ਪਦਾਰਥ ਹਨ, ਅਤੇ ਰੱਬ ਦੇ ਪਿਆਰਿਆਂ ਦੀ ਉਹ ਸਦਾ ਸੇਵਾ ਕਰਦੇ, ਨੁਕਸਾਨ ਨਹੀਂ ਕਰ ਸਕਦੇ। ਗੁਰੂ ਕੀ ਸਾਧ ਸੰਗਤ ਸਤਿਗੁਰੂ ਜੀ ਕਥਨ ਕਰਦੇ ਹਨ, ਸੋਗ ਅਗਨ ਜਿਹੜਾ ਕਈ ਤਰ੍ਹਾਂ ਦਾ ਸਾਨੂੰ ਚਿੰਤਾ, ਹੋਰ ਕਈ ਤਰ੍ਹਾਂ ਦਾ ਫਿਕਰ ਝੋਰਾ ਲੱਗਾ ਹੁੰਦਾ ਹੈ, ਐਸੇ ਰੱਬ ਦੇ ਪਿਆਰਿਆਂ ਨੂੰ ਉਹ ਕੋਈ ਵੀ ਜਿਹੜਾ ਸਤਾ ਨਹੀਂ ਸਕਦਾ, ਤੰਗ ਨਹੀਂ ਕਰਦਾ। ਸਾਗਰ ਤਰਿਆ ਸਾਧੂ ਸੰਗੇ। ਇਹ ਜਿਹੜਾ ਭਵ ਸਾਗਰ ਸੰਸਾਰ ਹੈ, ਜਿਨ੍ਹਾਂ ਨੇ ਆਪਣੇ ਸਰੀਰ ਨੂੰ, ਮਨ ਨੂੰ ਸਾਧਨਾ ਕੀਤਾ ਹੈ, ਇੰਦਰੀਆਂ ਨੂੰ ਸਾਧਨਾ ਕੀਤਾ ਹੈ, ਉਹਨਾਂ ਐਸੇ ਰੱਬ ਦੇ ਪਿਆਰਿਆਂ ਦੀ ਸੰਗਤ ਕੀਤੀ ਹੈ, ਅਤੇ ਸਤਿਗੁਰੂ ਜੀ ਕਹਿੰਦੇ ਉਹਨਾਂ ਦੀ ਸੰਗਤ ਵਿੱਚ ਆ ਕੇ ਸੰਸਾਰ ਤੋਂ ਤਰਨਾ ਸੌਖਾ ਹੋ ਜਾਂਦਾ ਹੈ। ਨਿਰਭਉ ਨਾਮ ਜਪੋ ਹਰ ਰੰਗੇ। ਇਸ ਕਰਕੇ ਭਾਈ ਉਸ ਪ੍ਰੇਮ ਦੇ, ਪਰਮੇਸ਼ਰ ਦੇ ਪ੍ਰੇਮ ਵਿੱਚ ਆ ਕੇ, ਰੰਗ ਦਾ ਭਾਵ ਇੱਥੇ ਹੈ ਪ੍ਰੇਮ। ਰੰਗ ਦੇ ਬੜੇ ਅਰਥ ਦੱਸੇ ਹਨ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਹਨ, ਉਹ ਜਿਹੜਾ ਡਰ ਤੋਂ ਰਹਿਤ ਵਾਹਿਗੁਰੂ ਨਿਰਭਉ ਨਿਰਵੈਰ ਹੈ। ਜਿਵੇਂ ਗੁਰੂ ਕੇ ਪਿਆਰੇ ਮੂਲ ਮੰਤਰ ਦਾ ਜਾਪ ਕਰਦੇ ਹਨ, ਅਤੇ ਜਿਹੜਾ ਨਿਰਭਉ ਨਿਰਵੈਰ ਦਾ ਜਾਪ ਕਰਨ ਵਾਲਾ ਸ੍ਰੀ ਸੁਖਮਨੀ ਸਾਹਿਬ ਵਿੱਚ ਕਥਨ ਕੀਤਾ ਹੈ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੇ। ਉਹਨੂੰ ਕਿਸੇ ਦਾ ਡਰ ਨਹੀਂ ਰਹਿ ਜਾਂਦਾ, ਨਾ ਉਹ ਕਿਸੇ ਨੂੰ ਡਰਾਉਂਦਾ ਹੈ। ਜਿਹੜਾ ਨਾ ਕਿਸੇ ਨੂੰ ਡਰਾਉਂਦਾ ਅਤੇ ਨਾ ਕਿਸੇ ਤੋਂ ਡਰਦਾ ਹੈ, ਨਾਵੇਂ ਪਾਤਸ਼ਾਹ ਜੀ ਕਹਿੰਦੇ ਅਸਲ ਵਿੱਚ ਉਹਨੂੰ ਗਿਆਨੀ ਕਿਹਾ ਜਾਂਦਾ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਉਹਦੇ ਪ੍ਰੇਮ ਦੇ ਨਾਲ ਗੁਣ ਗਾਉਣਾ ਕਰੋ। ਪਰ ਧਨ ਦੁਖ ਕਿਸ ਪਾਪ ਨਾ ਪੀੜੇ। ਜਿਵੇਂ 5 ਤਰ੍ਹਾਂ ਦੇ ਸਾਨੂੰ ਵਿਕਾਰ ਚੰਬੜੇ ਹੋਏ ਹਨ, ਇਸੇ ਤਰ੍ਹਾਂ 5 ਦੋਖ ਹਨ। 5 ਦੋਖਾਂ ਵਿੱਚੋਂ ਜਿਵੇਂ ਅਸਮਤੀ, ਕਿਸੇ ਨਾਲ ਸਮਤੀ ਨਾ ਹੋਣੀ, ਕਿਸੇ ਨਾਲ ਵਿਚਾਰ ਨਾ ਰਲਣੀ, ਕਿਸੇ ਦਾ ਸੁੱਖ ਵੇਖ ਕੇ ਕਿਸੇ ਦੀ ਹੋਰ ਜਿਹੜੀ ਹੈ ਜਾਇਦਾਦ ਤਰੱਕੀ ਵੇਖ ਕੇ ਮਨ ਵਿੱਚ ਸਾੜਾ ਕਰਨਾ, ਉਹਨੂੰ ਕਹਿੰਦੇ ਪਰਾਈ ਤਾਤ। ਮਹਾਰਾਜ ਜੀ ਕਥਨ ਕਰਦੇ, ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ। ਇਸ ਪ੍ਰਕਾਰ ਦੇ 5 ਜਿਹੜੇ ਦੋਖ ਹਨ ਸਾਡੇ ਅੰਦਰ, ਮਹਾਰਾਜ ਜੀ ਕਥਨ ਕਰਦੇ ਹਨ। ਪਰਾਇਆ ਜਿਹੜਾ ਤਨ ਹੈ ਉਹਨੂੰ ਤੱਕਣਾ, ਪਰਾਏ ਤਨ ਦਾ ਸੰਗ ਕਰਨਾ, ਆਪਣਾ ਹੱਕ ਦਾ ਤਨ ਛੱਡ ਕੇ ਦੂਜਿਆਂ ਦੇ ਨਾਲ ਪ੍ਰੇਮ ਕਰਨਾ ਜਿੱਥੇ ਹੱਕ ਨਹੀਂ ਬਣਦਾ। ਮਹਾਰਾਜ ਜੀ ਕਥਨ ਕਰਦੇ, ਐਸੇ ਦੋਖ, ਐਸੇ ਵਿਕਾਰ ਰੱਬ ਦੇ ਪਿਆਰਿਆਂ ਦੇ ਨੇੜੇ ਨਹੀਂ ਆਉਂਦੇ ਹਨ। ਜਮ ਜੰਦਾਰ ਨਾ ਆਵੇ ਨੇੜੇ। ਤੇ ਜਿਹੜੇ ਜਮਦੂਤਾਂ ਤੋਂ ਸਦਾ ਸਾਨੂੰ ਡਰ ਬਣਿਆ ਰਹਿੰਦਾ, ਜਿਹੜੀ ਮੌਤ ਤੋਂ ਸਾਰਾ ਸੰਸਾਰ ਡਰਦਾ ਹੈ, ਤੇ ਉਹ ਜਮ ਜੰਦਾਰ ਉਹਨੂੰ ਕਿਹਾ ਹੈ ਜਿਹਦੇ ਕੋਲ ਬੜੇ ਤਿੱਖੇ ਸੂਇਆਂ ਵਰਗਾ ਇੱਕ ਗੁਰਜ ਹੁੰਦੀ ਹੈ, ਉਹਦੇ ਕੋਲ ਸ਼ਸਤਰ ਹੁੰਦਾ ਹੈ। ਤੇ ਜਿਹੜਾ ਸੰਸਾਰ ਤੇ ਜੀਵ ਆ ਕੇ ਪਰਮੇਸ਼ਰ ਨੂੰ ਭੁੱਲ ਹੀ ਜਾਂਦਾ ਹੈ, ਤੇ ਮੈਂ ਕੀ ਕਰਨਾ ਹੈ, ਜਨਮ ਮੈਨੂੰ ਕਿਉਂ ਮਿਲਿਆ ਹੈ, ਇਹਨਾਂ ਗੱਲਾਂ ਨੂੰ ਭੁੱਲ ਗਿਆ। ਤੇ ਫਿਰ ਆਣ ਕੇ ਉਹ ਐਸੀ ਸਿੱਖਿਆ ਦਿੰਦੇ ਹਨ। ਸਤਿਗੁਰੂ ਜੀ ਕਹਿੰਦੇ, ਤਬ ਨਰ ਸੁੱਤਾ ਜਾਗਿਆ, ਸਿਰ ਡੰਡ ਲਗਾ ਭਾਰ। ਜਦੋਂ ਜਮ ਡੰਡ ਮਾਰਦੇ ਹਨ ਆ ਕੇ, ਉਹ ਜਮ ਜਿਹੜੇ ਐਸੀ ਗੁਰਜ ਮਾਰਦੇ ਹਨ ਸੂਇਆਂ ਵਾਲੇ, ਤੇ ਉਹ ਕਿਸੇ ਨੂੰ ਪਤਾ ਨਹੀਂ ਹੁੰਦਾ ਜੀਵ ਦੇ ਨਾਲ ਕੀ ਬਣਦਾ ਹੈ। ਤੇ ਇਸ ਕਰਕੇ ਸਤਿਗੁਰੂ ਜੀ ਕਥਨ ਕਰਦੇ ਹਨ, ਜਿਹੜੇ ਐਸੇ ਜੀਵਾਂ ਨੂੰ ਦੁੱਖ ਦੇ ਕੇ ਜਮਦੂਤ ਜਿਹੜੇ ਧਰਮਰਾਜ ਦੇ ਪੇਸ਼ ਕਰਦੇ ਹਨ, ਨਰਕਾਂ ਦੇ ਵਿੱਚ ਸੁੱਟਦੇ ਹਨ, ਪਰ ਉਹ ਰੱਬ ਦੇ ਪਿਆਰਿਆਂ ਤੋਂ ਅੱਗੇ ਹੀ ਪਾਸੇ ਹੋ ਜਾਂਦੇ ਹਨ। ਕਿਉਂਕਿ ਅਫਰਿਓ ਜਮ ਮਾਰਿਆ ਨਾ ਜਾਈ, ਗੁਰ ਕੇ ਸ਼ਬਦੇ ਨੇੜ ਨਾ ਆਈ। ਸ਼ਬਦ ਸੁਣੇ ਤਾਂ ਦੂਰੋਂ ਭਾਗੇ, ਮਤ ਮਾਰੇ ਹਰ ਜੀਓ ਵੇ ਪ੍ਰਵਾਹ ਹੈ। ਆਪ ਰਹਿਰਾਸ ਦੇ ਵਿੱਚ ਰੋਜ਼ ਸੁਣਦੇ ਹੋ, ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ। ਉਹ ਰਸਤੇ ਤੋਂ ਪਾਸੇ ਹੋ ਜਾਂਦੇ ਹਨ ਜਿੱਥੇ ਰੱਬ ਦਾ ਪਿਆਰਾ ਕੋਈ ਲੰਘਦਾ ਹੈ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਜਿਹੜੀਆਂ ਨਾਨਕ ਉਦਰੇ ਪ੍ਰਭ ਸਰਨਾਈ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਦਰੇ ਪ੍ਰਭ ਸਰਨਾਈ। ਸਨਮਾਨਯੋਗ ਸੰਗਤ ਜੀ, ਇਸ ਸ਼ਬਦ ਦੀ ਧੰਨ ਗੁਰੂ ਅਰਜਨ ਦੇਵ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਇੱਥੇ ਸੰਪੂਰਨਤਾ ਕਰਦੇ ਹਨ, ਤੇ ਵਿਚਾਰ ਦੀ ਇੱਥੇ ਵਿਸਰਾਮਤਾ ਹੋ ਰਹੀ ਹੈ। ਸਤਿਗੁਰੂ ਜੀ ਕਥਨ ਕਰਦੇ ਹਨ, ਭਾਈ ਜਿਹੜੀਆਂ ਸਦਾ ਵਾਸਤੇ ਸਾਡੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ, ਕਿਉਂਕਿ ਯਾਦ ਰੱਖਣ ਵਾਲੀ ਬੇਨਤੀ ਹੈ, 2 ਚੀਜ਼ਾਂ ਹਮੇਸ਼ਾ ਯਾਦ ਰੱਖੋ। ਮਨੁੱਖ ਦੇ ਕੋਲ ਭਾਵੇਂ ਕਿੰਨਾ ਕੁਝ ਆ ਜਾਵੇ, ਫਿਰ ਵੀ ਕਹਿੰਦਾ ਆਹ ਚਾਹੀਦਾ ਹੈ,
ਆ ਇਵੇਂ ਹੋਣਾ ਚਾਹੀਦਾ। ਇੱਕ ਚਾਹੀਦਾ, ਇੱਕ ਜਿਹੜਾ ਸਮਾਂ ਲੰਘ ਗਿਆ ਉਹ ਕਹਿੰਦੇ ਜੇ ਪਤਾ ਹੁੰਦਾ ਇਸ ਤਰ੍ਹਾਂ ਨਾ ਹੁੰਦਾ। ਇੱਕ ਜੇ ਤੇ ਇੱਕ ਚਾਹੀਦਾ, ਦੋ ਗੱਲਾਂ ਮਨੁੱਖ ਦੇ ਹੱਥ ਨਹੀਂ ਆਉਂਦੀਆਂ, ਇਹਦੀ ਤ੍ਰਿਸ਼ਨਾ ਪੂਰੀ ਨਹੀਂ ਹੁੰਦੀ। ਤੇ ਜਦੋਂ ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਜਾਵੇ, ਤ੍ਰਿਸ਼ਨਾ ਬੁਝੈ ਹਰਿ ਕੈ ਨਾਮ, ਇਹਦੀਆਂ ਸਾਰੀਆਂ ਹੀ ਭੁੱਖਾਂ ਦੂਰ ਹੋ ਜਾਂਦੀਆਂ ਹਨ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਕਿਉਂਕਿ ਜਿਹਨੇ ਸ਼ਾਂਤੀ ਮੰਗ ਲਈ, ਸ਼ਾਂਤੀ ਉਹਨੂੰ ਮਿਲਣੀ ਹੈ ਜਿਹਨੂੰ ਕਿਸੇ ਚੀਜ਼ ਦੀ ਭੁੱਖ ਨਹੀਂ, ਕਿਸੇ ਚੀਜ਼ ਦਾ ਕੋਈ ਦੁੱਖ ਨਹੀਂ, ਕੋਈ ਹੋਰ ਉਹਦੇ ਮਨ ਵਿੱਚ ਹੋਰ ਕੋਈ ਐਸਾ ਫੁਰਨਾ ਨਹੀਂ ਹੈ, ਉੱਥੇ ਸ਼ਾਂਤੀ ਦਾ ਵਾਸਾ ਹੁੰਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਨਾਮ ਦੇ ਆਸਰੇ ਸਾਰੀ ਤਾਕਤ ਪ੍ਰਾਪਤ ਹੁੰਦੀ ਹੈ ਭਾਈ। ਤੇ ਸਤਿਗੁਰੂ ਜੀ ਕਥਨ ਕਰਦੇ ਫਿਰ ਪਰਮੇਸ਼ਰ ਆਪ ਕਿਰਪਾ ਕਰਦਾ ਹੈ, ਐਸੀ ਸ਼ਾਂਤੀ ਆਪਣੇ ਪਿਆਰਿਆਂ ਨੂੰ ਬਖਸ਼ ਦਿੰਦਾ ਹੈ। ਤੇ ਉਹ ਜਿਹੜੇ ਐਸੇ ਰੱਬ ਦੇ ਪਿਆਰੇ ਦੀ ਸ਼ਰਨ ਵਿੱਚ ਆ ਕੇ ਉਧਰੇ ਤੋਂ ਭਾਵ ਹੁੰਦਾ ਬਚ ਜਾਂਦੇ ਹਨ 84 ਦੇ ਚੱਕਰ ਤੋਂ, ਨਾ ਉਹ ਆਉਂਦੇ ਤੇ ਨਾ ਜਾਂਦੇ ਹਨ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਬਿਟ ਕੇ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ, ਲੋਕ ਸੁਖੀਏ ਪਰ ਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਐਸੀ ਕਿਰਪਾ ਹੋ ਜਾਂਦੀ ਹੈ। ਸੋ ਗੁਰੂ ਪਿਆਰੀ ਸਾਧ ਸੰਗਤ, ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਇੰਨੇ ਸਮੇਂ ਵਿੱਚ। ਇੰਨਾ ਕੁਝ ਕਹਿੰਦਿਆਂ ਹੋਇਆਂ ਇਸ ਅਣਜਾਣ ਮੂਰਖ ਪਾਪੀ ਜੀਵ ਕੋਲੋਂ ਬੇਅੰਤ ਭੁੱਲਾਂ ਹੋਈਆਂ। ਸਤਿਗੁਰੂ ਕੀ ਸਾਧ ਸੰਗਤ ਸਤਿਗੁਰੂ ਬਖਸ਼ਣ ਯੋਗ ਹੋ, ਅੱਗੇ ਤੋਂ ਸੋਝੀ ਬਖਸ਼ਣੀ, ਔਗਣਾਂ ਨੂੰ ਨਾ ਚਿਤਾਰਨਾ। ਮਹਾਰਾਜ ਕਿਰਪਾ ਕਰਨਾ, ਪੜ੍ਹਦੇ ਸੁਣਦਿਆਂ ਨੂੰ ਲਾਹੇਵੰਦ ਕਰਨ, ਧਰਮ ਦਾ ਪੰਥ ਦਾ ਵਾਧਾ ਹੋਵੇ। ਰੱਬ ਦੇ ਪਿਆਰਾਂ ਦੇ ਸ਼ੁਭ ਕਾਰਜ ਮਹਾਰਾਜ ਆਪ ਅੰਗ ਸੰਗ ਸਹਾਇਤਾ ਕਰਨਾ, ਜਿਹੜੀ ਇੱਜ਼ਤ ਪੱਤ ਰੱਖਣ ਕਾਰਜ ਸਫਲ ਕਰਨਾ। ਗੁਰੂ ਪਿਆਰੀ ਸਾਧ ਸੰਗਤ, ਹੁਣ ਕੜਾਹ ਪ੍ਰਸ਼ਾਦ ਦੀ ਜਿਹੜੀ ਦੇਗ ਵਰਤ ਰਹੀ ਹੈ, ਉਪਰੰਤ ਸੇਵਕ ਪਰਿਵਾਰ ਵੱਲੋਂ ਯਥਾ ਸ਼ਕਤ ਗੁਰੂ ਕਾ ਲੰਗਰ ਤਿਆਰ ਹੈ। ਦੇਗ ਪ੍ਰਾਪਤ ਕਰਨ ਤੋਂ ਉਪਰੰਤ ਸਰਬੱਤ ਸੰਗਤਾਂ ਨੇ ਲੰਗਰ ਦੀ ਹਾਜ਼ਰੀ ਲਾਉਣੀ, ਛਕ ਕੇ ਫਿਰ ਜਾਣ ਦੀ ਕਿਰਪਾ ਕਰਨੀ। ਜਿਨ੍ਹਾਂ ਗੁਰਮੁਖਾਂ ਪਿਆਰਿਆਂ ਗੁਰਬਾਣੀ ਦਾ ਸਤਿਕਾਰ ਕੀਤਾ, ਮਹਾਰਾਜ ਸਰਬੱਤ ਦੀ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋਂ ਗੁਰਸਿੱਖੀ ਜੀਵਨ ਬਖਸ਼ਣਾ, ਆਪ ਦੇ ਚਰਨਾਂ ਨਾਲ ਜੋੜ ਕੇ ਰੱਖਣ, ਭੁੱਲਾਂ ਚੁੱਕਾਂ ਦੀ ਦੁਬਾਰਾ ਖਿਮਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬੱਤ ਦਾ ਭਲਾ, ਜੋ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।